ਭਾਰਤ ਖੁਸ਼ਕਿਸਮਤ ਹੈ। ਭਾਰਤ ਇਸ ਗੱਲ ਲਈ ਮਾਣ ਮਹਿਸੂਸ ਕਰ ਸਕਦਾ ਹੈ ਕਿ ਮਿਲਖਾ ਸਿੰਘ ਵਰਗਾ ਇੱਕ ਵੱਡਾ ਐਥਲੀਟ, ਇੱਕ ਵੱਡਾ ਖਿਡਾਰੀ ਭਾਰਤ ਦੇ ਵਿੱਚ ਪੈਦਾ ਹੋਇਆ। ਮਿਲਖਾ ਸਿੰਘ ਦੀਆਂ ਜਿੱਡੀਆਂ ਪ੍ਰਾਪਤੀਆਂ ਨੇ, ਅਸੀਂ ਸਾਰੇ ਬਹੁਤ ਛੋਟੇ ਹਾਂ ਉਹਨਾਂ ਤੇ ਗੱਲ ਕਰਨ ਦੇ ਲਈ। ਖੇਡ ਗਰਾਊਂਡ ਦੇ ਇਸ ਦੌੜਾਕ ਮਿਲਖਾ ਸਿੰਘ ਦਾ ਪੂਰਾ ਜੀਵਨ ਸਾਨੂੰ ਜ਼ਿੰਦਗੀ ਦੀ ਦੌੜ ਦੇ ਵਿੱਚ ਭੱਜਣ ਵਾਲਿਆਂ ਨੂੰ ਵੱਡੀ ਪ੍ਰੇਰਨਾ ਦਿੰਦਾ ਹੈ। ਮਿਲਖਾ ਸਿੰਘ ਭਾਰਤੀ ਇਤਿਹਾਸ ਦਾ ਉਹ ਸਫ਼ਾ ਹੈ ਜਿਸ ਤੇ ਪੀੜ੍ਹੀਆਂ ਮਾਣ ਕਰਨਗੀਆਂ। ਮਿਲਖਾ ਸਿੰਘ ਅਜਿਹਾ ਸ਼ਖਸ ਜੋ ਵੰਡ ਦੇ ਦੰਗਿਆਂ ਦੇ ਵਿੱਚ ਵਾਲ-ਵਾਲ ਬਚਿਆ, ਜਿਸ ਦੀ ਅੱਖਾਂ ਦੇ ਸਾਹਮਣੇ ਪਰਿਵਾਰ ਮਾਰਿਆ ਗਿਆ। ਉਹ ਭਾਰਤ ਦਾ ਮਾਣ ਹੈ। ਉਸ ਵਰਗੇ ਹੀਰੇ ਵਾਰ-ਵਾਰ ਪੈਦਾ ਨਹੀਂ ਹੁੰਦੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਕਦਮ ਜ਼ਮੀਨ ਤੇ ਇਉਂ ਧਰ ਜਿਵੇਂ ਕਿ ਫੁੱਲ ਧਰੀਏ, ਕਦਮ ਜ਼ਮੀਨ ਤੇ ਇਉਂ ਧਰ ਜਿਵੇਂ ਕਿ ਫੁੱਲ ਧਰੀਏ, ਕਿ ਇਹਨਾਂ ਰਾਹਾਂ ਤੋਂ ਮੁੜ ਲੰਘਣਾ ਦੁਬਾਰਾ ਨਹੀਂ। ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦਾ ਜੀਵਨ ਦੂਜਿਆਂ ਦੇ ਲਈ ਪ੍ਰੇਰਨਾ ਸਰੋਤ ਹੁੰਦਾ ਹੈ। ਜ਼ਿੰਦਗੀ ਦਾ ਸਫ਼ਰ ਹਰ ਕਿਸੇ ਨੇ ਮੁਕਾਉਣਾ ਹੈ। ਜ਼ਿੰਦਗੀ ਦਾ ਸਫ਼ਰ ਜੋ ਜੀਵਨ ਦੇ ਵਿੱਚ ਆ ਗਿਆ, ਹਰ ਕਿਸੇ ਨੇ ਇਹ ਪੈਂਡੇ ਮੁਕਾਉਣੇ ਨੇ, ਹਰ ਕਿਸੇ ਨੇ ਇਹ ਪੈਂਡੇ ਸਰ ਕਰਨੇ ਨੇ। ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਹਨਾਂ ਰਾਹਾਂ ਤੇ ਤੁਰਦੇ ਹੋਏ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਐਸੇ ਮੁਕਾਮ ਹਾਸਿਲ ਕਰ ਜਾਂਦੇ ਨੇ ਜੋ ਬਹੁਤ ਗਿਣਤੀ ਦੇ ਲਈ ਪ੍ਰੇਰਨਾ ਸਰੋਤ ਨੇ, ਜਿਹੜੇ ਆਉਣ ਵਾਲਿਆਂ ਨੂੰ ਵੀ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਨੇ। ਅੱਜ ਦਿਲ ਉਦਾਸ ਹੈ, ਅੱਜ ਹਰ ਇੱਕ ਅੱਖ ਨਾਮ ਹੈ, ਕਿਉਂਕਿ ਅੱਜ ਭਾਰਤ ਦੇ ਮਹਾਨ ਖਿਡਾਰੀ ਉੱਡਣਾ ਸਿੱਖ ਮਿਲਖਾ ਸਿੰਘ ਜੀ ਰੁਖਸਤ ਹੋ ਗਏ ਨੇ। ਦੁਨਿਆਵੀ ਵਿਦਾਇਗੀ ਹੋ ਗਈ ਹੈ ਉਹਨਾਂ ਦੀ। ਇਸ ਦੁਨੀਆ ਤੋਂ ਚਲੇ ਗਏ ਨੇ, ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤੇ ਇਸ ਦਿਨ ਦੇ ਵਿੱਚ ਅੱਜ ਹਰ ਇੱਕ ਅੱਖ ਨਾਮ ਹੈ ਉਹਨਾਂ ਨੂੰ ਚਾਹਣ ਵਾਲੇ, ਉਹਨਾਂ ਦੇ ਪ੍ਰਸ਼ੰਸਕ, ਕਿਉਂਕਿ ਜੋ ਮੁਕਾਮ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਹਾਸਿਲ ਕੀਤੇ, ਜਿਸ ਤਰ੍ਹਾਂ ਦੀ ਉਹਨਾਂ ਦੀ ਜੱਦੋ-ਜਹਿਦ ਰਹੀ, ਜੋ ਕੁਝ ਉਹਨਾਂ ਨੇ ਬਚਪਨ ਤੋਂ ਲੈ ਕੇ ਹੰਢਾਇਆ ਆਪਣੀ ਜ਼ਿੰਦਗੀ ਦੇ ਵਿੱਚ, ਜੋ ਕੁਝ ਦੇਖਿਆ ਤੇ ਉਸ ਕੁਝ 'ਚੋਂ ਉੱਭਰ ਕੇ ਉਹ ਮੁਕਾਮ ਹਾਸਿਲ ਕੀਤੇ। ਭਾਰਤ ਦਾ ਨਾਮ ਆ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਚਮਕਾਇਆ। ਭਾਰਤ ਨੂੰ ਇੱਕ ਐਸਾ ਮੁਕਾਮ ਦਿਵਾਇਆ ਖੇਡਾਂ ਦੇ ਵਿੱਚ ਕਿ ਜੇ ਮਿਲਖਾ ਸਿੰਘ ਨਾ ਹੁੰਦੇ ਤਾਂ ਸ਼ਾਇਦ ਉਹ ਮੁਕਾਮ ਨਾ ਹਾਸਿਲ ਹੁੰਦਾ। ਮਿਲਖਾ ਸਿੰਘ ਉਹਨਾਂ ਵਰਗੇ ਜਿਹੜੇ ਇਨਸਾਨ, ਉਹਨਾਂ ਵਰਗੇ ਖਿਡਾਰੀ ਕਦੇ-ਕਦੇ ਹੀ ਪੈਦਾ ਹੁੰਦੇ ਨੇ। ਭਾਰਤ ਖੁਸ਼ਕਿਸਮਤ ਹੈ। ਭਾਰਤ ਇਸ ਗੱਲ ਲਈ ਮਾਣ ਮਹਿਸੂਸ ਕਰ ਸਕਦਾ ਹੈ ਕਿ ਮਿਲਖਾ ਸਿੰਘ ਵਰਗਾ ਇੱਕ ਵੱਡਾ ਐਥਲੀਟ, ਇੱਕ ਵੱਡਾ ਖਿਡਾਰੀ ਭਾਰਤ ਦੇ ਵਿੱਚ ਪੈਦਾ ਹੋਇਆ, ਜਿਸ ਨੇ ਭਾਰਤ ਦਾ ਨਾਮ ਆ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਚਮਕਾਇਆ, ਭਾਰਤ ਨੂੰ ਬੁਲੰਦੀਆਂ ਤੇ ਪਹੁੰਚਾਇਆ। ਇੰਨੇ ਮਾਣ ਸਨਮਾਨ ਜ਼ਿੰਦਗੀ 'ਚ ਹਾਸਿਲ ਕੀਤੇ, ਖੇਡਾਂ ਦੇ ਵਿੱਚ ਇੰਨੀਆਂ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਕਿ ਅਸੀਂ ਕੁਝ ਮਿੰਟਾਂ ਦੇ ਵਿੱਚ ਉਹਨਾਂ ਨੂੰ ਕਵਰ ਨਹੀਂ ਕਰ ਸਕਦੇ। ਮਿਲਖਾ ਸਿੰਘ ਤੇ ਬੋਲਣ ਦੇ ਲਈ ਕੁਝ ਮਿੰਟ ਨਹੀਂ, ਕੁਝ ਘੰਟੇ ਨਹੀਂ, ਬਹੁਤ ਲੰਬਾ ਸਮਾਂ ਚਾਹੀਦਾ ਹੈ। ਮਿਲਖਾ ਸਿੰਘ ਦੀਆਂ ਜਿੱਡੀਆਂ ਪ੍ਰਾਪਤੀਆਂ ਨੇ, ਅਸੀਂ ਸਾਰੇ ਬਹੁਤ ਛੋਟੇ ਹਾਂ ਉਹਨਾਂ ਤੇ ਗੱਲ ਕਰਨ ਦੇ ਲਈ। ਅਸੀਂ ਨਹੀਂ ਆਪਣੇ ਆਪ ਨੂੰ ਇਸ ਕਾਬਿਲ ਮਹਿਸੂਸ ਕਰਦੇ ਕਿ ਮਿਲਖਾ ਸਿੰਘ ਤੇ ਗੱਲ ਕੀਤੀ ਜਾਵੇ। ਪਰ ਤਾਂ ਵੀ ਜੋ ਉਹਨਾਂ ਦੇ ਮੁਕਾਮ ਨੇ, ਜਿਸ ਮੁਕਾਮ ਤੇ ਉਹ ਭਾਰਤ ਨੂੰ ਲੈ ਕੇ ਗਏ, ਜਿਸ ਤਰ੍ਹਾਂ ਦੀ ਪ੍ਰੇਰਨਾ ਉਹਨਾਂ ਨੇ ਸਾਨੂੰ ਦਿੱਤੀ ਅੱਗੇ ਵਧਣ ਦੀ, ਉਹਨਾਂ ਤੇ ਗੱਲ ਕਰਾਂਗੇ। ਮਿਲਖਾ ਸਿੰਘ ਦੇ ਜੀਵਨ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਸੋ ਇੱਕ ਝਾਤ ਮਾਰਦੇ ਹਾਂ ਉਹਨਾਂ ਦੇ ਜੀਵਨ ਤੇ। ਮਿਲਖਾ ਸਿੰਘ ਦਾ ਜਨਮ ਪਾਕਿਸਤਾਨੀ ਰਿਕਾਰਡ ਦੇ ਅਨੁਸਾਰ 20 ਨਵੰਬਰ 1929 ਨੂੰ ਹੋਇਆ, ਪਰ ਕੁਝ ਹੋਰ ਰਿਕਾਰਡ 17 ਅਕਤੂਬਰ 1935 ਦੱਸਦੇ ਨੇ ਤੇ ਕੁਝ 20 ਨਵੰਬਰ 1935 ਦੱਸਦੇ ਨੇ। ਮਿਲਖਾ ਸਿੰਘ ਦੇ 15 ਭੈਣ ਭਰਾ ਸਨ, ਜਿਨ੍ਹਾਂ ਵਿੱਚੋਂ 8 ਸੀਗੇ ਜਿਹੜੇ ਉਹ ਵੰਡ ਤੋਂ ਪਹਿਲਾਂ ਮਾਰੇ ਗਏ ਸਨ। ਤੇ 1947 ਦੀ ਵੰਡ ਸੀ ਜਿਹੜੀ, ਉਹ ਉਹਨਾਂ ਨੇ ਆਪਣੀ ਅੱਖੀਂ ਦੇਖੀ। ਉਸ ਵੰਡ ਦੇ ਵਿੱਚ ਉਹਨਾਂ ਨੇ ਆਪਣੇ ਭੈਣ ਭਰਾ, ਮਾਤਾ ਪਿਤਾ ਨੂੰ ਗਵਾਇਆ। ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਵੰਡ ਦਾ ਇਹ ਭਿਆਨਕ ਸੱਲ ਸੀ ਜਿਹੜਾ ਉਹਨਾਂ ਦੇ ਸੀਨੇ ਵਿੱਚ ਸੀ। ਆਖਰੀ ਸਮੇਂ ਤੱਕ ਇਹ ਸੱਲ ਸੀਗਾ ਜਿਹੜਾ ਆਪਣੇ ਸੀਨੇ ਵਿੱਚ ਭਰਿਆ ਹੋਇਆ ਸੀ, ਕਿਉਂਕਿ ਆਪਣੇ ਪਰਿਵਾਰ ਨੂੰ ਉਸ ਵੰਡ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਕਤਲ ਹੁੰਦੇ ਦੇਖਿਆ ਸੀ। ਉਹਨਾਂ ਦਾ ਪੂਰਾ ਜੀਵਨ ਜਦੋਜਹਿਦ ਦੇ ਵਿੱਚ ਬੀਤਿਆ। ਉਹਨਾਂ ਦਾ ਪੂਰਾ ਜੀਵਨ ਹੈ ਜਿਹੜਾ ਜੀਵਨ ਦਾ ਬਿਊਰਾ ਹੈ, ਜੇ ਅਸੀਂ ਜਦੋਂ ਜੀਵਨ ਤੇ ਝਾਤ ਮਾਰਦੇ ਹਾਂ, ਪੂਰਾ ਜੀਵਨ ਉਹਨਾਂ ਦਾ ਸੰਘਰਸ਼ ਦੇ ਵਿੱਚ ਰਿਹਾ। ਤੇ ਇਸੇ ਸੰਘਰਸ਼ਮਈ ਜੀਵਨ ਦੇ ਵਿੱਚੋਂ ਉਹਨਾਂ ਨੂੰ ਫਲਾਈਂਗ ਸਿੱਖ ਦਾ ਖਿਤਾਬ ਮਿਲਿਆ। ਉੱਡਣਾ ਸਿੱਖ ਦੇ ਵਜੋਂ ਪੂਰੇ ਵਿਸ਼ਵ ਦੇ ਵਿੱਚ ਜਾਣੇ ਗਏ। ਉਹਨਾਂ ਨੇ ਵਿਸ਼ਵ ਪੱਧਰ ਤੇ ਆਪਣੀ ਪਹਿਲੀ ਪਛਾਣ ਉਦੋਂ ਬਣਾਈ ਜਦੋਂ ਕਾਰਡਿਫ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਉਦੋਂ ਦੇ ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਮੈਲਕਸ ਸਪੇਂਸ ਨੂੰ 440 ਗਜ਼ ਦੀ ਦੌੜ ਦੇ ਵਿੱਚ ਹਰਾ ਕੇ ਸੋਨ ਤਗਮਾ ਜਿੱਤਿਆ ਸੀ। ਮਿਲਖਾ ਸਿੰਘ ਇਸ ਦਿਨ ਨੂੰ ਕਦੇ ਭੁੱਲ ਨਹੀਂ ਸੀ ਸਕੇ। ਉਹਨਾਂ ਨੇ ਆਪਣੀਆਂ ਕਈ ਇੰਟਰਵਿਊਜ਼ ਦੇ ਵਿੱਚ ਇਸ ਦਿਨ ਦੇ ਬਾਰੇ ਦੱਸਿਆ, ਕਿਉਂਕਿ ਅਗਲੇ ਦਿਨ 440 ਯਾਰਡ ਦੀ ਦੌੜ ਦਾ ਫਾਈਨਲ ਮੁਕਾਬਲਾ 4 ਵਜੇ ਸੀ। ਮੈਂ 1 ਵਜੇ ਵਾਲਾਂ ਨੂੰ ਕੰਘੀ ਕੀਤੀ ਤੇ ਆਪਣੇ ਲੰਬੇ ਵਾਲਾਂ ਦੇ ਜੂੜੇ ਨੂੰ ਚਿੱਟੇ ਰੁਮਾਲ ਨਾਲ ਢੱਕਿਆ।
ਫਿਰ ਮੈਂ ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਭਗਵਾਨ ਸ਼ਿਵ ਨੂੰ ਯਾਦ ਕੀਤਾ। ਮੇਰੇ ਕੋਲ ਮੇਰੇ ਕੋਚ ਡਾਕਟਰ ਹਾਰਵਰਡ ਆਏ, ਆ ਕੇ ਬੈਠ ਗਏ ਤੇ ਉਹ ਬੋਲੇ, ਅੱਜ ਦੀ ਦੌੜ ਜਾਂ ਤਾਂ ਤੈਨੂੰ ਕੁਝ ਬਣਾ ਦੇਗੀ ਤੇ ਜਾਂ ਬਰਬਾਦ ਕਰ ਦੇਗੀ। ਉਹ ਰੇਸ ਵਿੱਚ ਗੋਲੀ ਵਾਂਗ ਦੌੜੇ। ਅੰਗਰੇਜ਼ ਰੌਲਾ ਪਾ ਰਹੇ ਸੀ, ਕਮਾਨ ਸਿੰਘ, ਕਮਾਨ ਸਿੰਘ, ਪਰ ਟੇਪ ਤੇ ਹੱਥ ਲਾਉਂਦੇ ਹੀ ਉਹ ਬੇਹੋਸ਼ ਹੋ ਕੇ ਡਿੱਗ ਗਏ। ਸਟ੍ਰੈਚਰ ਤੇ ਪਾਇਆ ਗਿਆ, ਆਕਸੀਜਨ ਦਿੱਤੀ ਗਈ। ਜਦੋਂ ਹੋਸ਼ ਆਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿੰਨਾ ਕੁਝ ਚੰਗਾ ਕਰ ਚੁੱਕਾ ਸੀ। ਮੈਨੂੰ ਮੋਢਿਆਂ ਤੇ ਚੁੱਕ ਲਿਆ ਗਿਆ, ਮੇਰੇ ਸਰੀਰ ਨੂੰ ਮੇਰੇ ਤਿਰੰਗੇ ਦੇ ਨਾਲ ਲਪੇਟ ਦਿੱਤਾ ਗਿਆ ਤੇ ਪੂਰੇ ਗਰਾਊਂਡ ਦਾ ਇੱਕ ਚੱਕਰ ਕੱਟਿਆ ਗਿਆ। ਇਹ ਪਹਿਲਾ ਮੌਕਾ ਸੀ ਜਦ ਕਿਸੇ ਭਾਰਤੀ ਨੇ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ ਅਕਸਰ ਹੀ ਯਾਦ ਕਰਦੇ ਸਨ ਕਿ ਜਦੋਂ ਮੈਂ ਇਹ ਮੁਕਾਮ ਹਾਸਿਲ ਕੀਤਾ ਸੀ, ਇਹ ਜਿੱਤ ਹਾਸਿਲ ਕੀਤੀ ਸੀ, ਤਾਂ ਮੇਰੇ ਕੋਲ ਪੰਡਿਤ ਜਵਾਹਰ ਲਾਲ ਨਹਿਰੂ ਦਾ ਸੁਨੇਹਾ ਭਿਜਵਾਇਆ ਗਿਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਪੁੱਛ ਰਹੇ ਨੇ ਕਿ ਮਿਲਖਾ ਸਿੰਘ ਨੂੰ ਇਸ ਜਿੱਤ ਤੇ ਕੀ ਚਾਹੀਦਾ, ਇਸ ਜਿੱਤ ਦੀ ਖੁਸ਼ੀ ਦੇ ਵਿੱਚ ਕੀ ਦਿੱਤਾ ਜਾਵੇ। ਤਾਂ ਉਹ ਕਹਿੰਦੇ ਸੀ ਕਿ ਮੈਨੂੰ ਖੁਸ਼ੀ ਇੰਨੀ ਸੀ ਕਿ ਮੈਨੂੰ ਕੁਝ ਸਮਝ ਨਹੀਂ ਆਈ ਤੇ ਮੇਰੇ ਮੂੰਹੋਂ ਨਿਕਲ ਗਿਆ ਕਿ ਪੂਰੇ ਭਾਰਤ ਦੇ ਵਿੱਚ ਛੁੱਟੀ ਕਰ ਦਿੱਤੀ ਜਾਵੇ। ਤੇ ਜਦ ਮੈਂ ਭਾਰਤ ਆਇਆ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣਾ ਵਾਅਦਾ ਨਿਭਾਇਆ ਤੇ ਮੇਰੀ ਜਿੱਤ ਦੀ ਖੁਸ਼ੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਸੀ। 1960 ਦੇ ਵਿੱਚ ਸੱਦਾ ਆਇਆ ਕਿ ਭਾਰਤ ਪਾਕਿਸਤਾਨ ਐਥਲੈਟਿਕ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਜਾਵੇ। ਮੁਕਾਬਲਾ ਪਾਕਿਸਤਾਨ ਦੇ ਬਿਹਤਰੀਨ ਦੌੜਾਕ ਦੇ ਨਾਲ ਸੀ, ਪਰ ਉਹ ਪਾਕਿਸਤਾਨ ਨਹੀਂ ਸੀ ਜਾਣਾ ਚਾਹੁੰਦੇ ਕਿਉਂਕਿ ਵੰਡ ਦੀਆਂ ਜਿਹੜੀਆਂ ਕੌੜੀਆਂ ਯਾਦਾਂ ਸੀ, ਉਹਨਾਂ ਦੇ ਨਿਸ਼ਾਨ ਉਹਨਾਂ ਦੇ ਸੀਨੇ ਤੇ ਸਨ। ਉਸੇ ਹੀ ਪਾਕਿਸਤਾਨ ਦੇ ਵਿੱਚ ਜਦੋਂ ਵੰਡ ਹੋਈ ਸੀ ਤਾਂ ਉਹਨਾਂ ਦੇ ਅੱਖੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਸਨ, ਪਰ ਉਹ ਤਾਂ ਇੱਕ ਐਥਲੀਟ ਸਨ, ਉਹ ਤਾਂ ਇੱਕ ਖਿਡਾਰੀ ਸਨ, ਉਹਨਾਂ ਨੂੰ ਜਾਣਾ ਪੈਣਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ ਉਹ ਪਾਕਿਸਤਾਨ ਗਏ, ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ। ਜਿਵੇਂ ਹੀ ਦੌੜ ਸਟਾਰਟ ਹੋਈ ਤਾਂ ਦਰਸ਼ਕ ਨਾਅਰੇ ਲਗਾਉਣ ਲੱਗੇ, ਪਾਕਿਸਤਾਨ ਜ਼ਿੰਦਾਬਾਦ, ਅਬਦੁਲ ਖਾਲਿਕ ਜ਼ਿੰਦਾਬਾਦ। ਅਬਦੁਲ ਖਾਲਿਕ ਜਿਹੜੇ ਪਾਕਿਸਤਾਨ ਦੇ ਬਹੁਤ ਵੱਡੇ ਐਥਲੀਟ ਸਨ, ਜਿਨ੍ਹਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਸੀ, ਪਰ 100 ਮੀਟਰ ਪੂਰਾ ਹੋਣ ਤੋਂ ਪਹਿਲਾਂ ਹੀ ਮਿਲਖਾ ਸਿੰਘ ਉਹਨਾਂ ਦੇ ਬਰਾਬਰ ਪਹੁੰਚ ਗਏ। ਜਦ ਉਹਨਾਂ ਟੇਪ ਨੂੰ ਛੋਇਆ ਤਾਂ ਉਹ ਖਾਲਿਕ ਤੋਂ ਕਰੀਬ 10 ਗਜ ਅੱਗੇ ਸਨ ਤੇ ਉਹਨਾਂ ਦਾ ਸਮਾਂ 20.7 ਸੈਕਿੰਡ ਸੀ। ਇਹ ਉਦੋਂ ਦੇ ਵਿਸ਼ਵ ਰਿਕਾਰਡ ਦੇ ਬਰਾਬਰ ਸੀ। ਜਦੋਂ ਦੌੜ ਖਤਮ ਹੋਈ ਤਾਂ ਖਾਲਿਕ ਮੈਦਾਨ ਤੇ ਰੋਣ ਲੱਗ ਪਏ। ਮਿਲਖਾ ਸਿੰਘ ਨੇ ਉਹਨਾਂ ਨੂੰ ਹੌਸਲਾ ਦਿੱਤਾ, ਕਿਹਾ ਕਿ ਜਿੱਤ ਹਾਰ ਜ਼ਿੰਦਗੀ ਦਾ ਹਿੱਸਾ ਹੈ। ਮਿਲਖਾ ਸਿੰਘ ਨੇ ਮੇਲਾ ਲੁੱਟ ਲਿਆ ਸੀ। ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਆਯੂਬ ਖਾਨ ਨੇ ਕਿਹਾ, ਤੁਸੀਂ ਅੱਜ ਦੌੜੇ ਨਹੀਂ, ਉੱਡੇ ਹੋ ਤੇ ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਨਾ। ਇਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਮਿਲਖਾ ਸਿੰਘ ਫਲਾਇੰਗ ਸਿੱਖ ਦੇ ਨਾਂ ਨਾਲ ਜਾਣੇ ਗਏ ਤੇ ਹੌਲੀ-ਹੌਲੀ ਉਹਨਾਂ ਦੀ ਪ੍ਰਸਿੱਧੀ ਪੂਰੇ ਵਿਸ਼ਵ ਦੇ ਵਿੱਚ ਹੋ ਗਈ ਸੀ। ਉਹ ਖੇਡਾਂ 'ਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਰਹੇ, ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਦੇ ਰਹੇ ਤੇ ਮਾਣਮੱਤੀਆਂ ਪ੍ਰਾਪਤੀਆਂ ਦੇ ਲਈ ਉਹਨਾਂ ਨੂੰ ਪਦਮ ਸ਼੍ਰੀ ਜਿਹੇ ਖਿਤਾਬ ਦੇ ਨਾਲ ਨਵਾਜਿਆ ਗਿਆ। ਉਹਨਾਂ ਦਾ ਪੂਰਾ ਜੀਵਨ ਸੰਘਰਸ਼ਾਂ ਦੇ ਨਾਲ ਭਰਿਆ ਰਿਹਾ। ਗਰੀਬੀ ਵਿੱਚੋਂ ਉੱਠ ਕੇ ਉਹਨਾਂ ਨੇ ਉਹ ਮੁਕਾਮ ਹਾਸਿਲ ਕੀਤਾ ਜਿਸ ਤੇ ਪਹੁੰਚਣ ਲਈ ਹਰ ਕੋਈ ਤਾਂਘਦਾ ਰਹਿੰਦਾ ਹੈ। ਉਹਨਾਂ ਦੇ ਜੀਵਨ ਦੀ ਇਸ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਰਾਕੇਸ਼ ਮਹਿਰਾ ਦੇ ਵੱਲੋਂ ਇੱਕ ਬਾਲੀਵੁੱਡ ਦੇ ਵਿੱਚ ਫਿਲਮ ਬਣਾਈ ਗਈ ਸੀ, ਭਾਗ ਮਿਲਖਾ ਭਾਗ, ਜਿਸ ਵਿੱਚ ਫਰਹਾਨ ਅਖਤਰ ਨੇ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਸੀ। ਫਰਹਾਨ ਅਖਤਰ ਜੋ ਇਸ ਭੂਮਿਕਾ ਦੇ ਲਈ ਮਿਲਖਾ ਸਿੰਘ ਦੇ ਨਾਲ ਵੀ ਰਹੇ, ਕਾਫੀ ਸਮਾਂ ਉਹਨਾਂ ਨੇ ਮਿਲਖਾ ਸਿੰਘ ਨੂੰ ਸਮਝਣ ਦੇ ਲਈ ਉਹਨਾਂ ਦੇ ਨਾਲ ਵੀ ਬਤੀਤ ਕੀਤਾ। ਤੇ ਅੱਜ ਜਦੋਂ ਉਹ ਸਾਡੇ ਕੋਲੋਂ ਰੁਖਸਤ ਹੋ ਗਏ ਨੇ ਤਾਂ ਉਸ ਵੇਲੇ ਬਾਲੀਵੁੱਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਬਾਲੀਵੁੱਡ ਦੇ ਵੱਡੇ ਸਟਾਰ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ ਸਮੇਤ ਫਰਹਾਨ ਅਖਤਰ ਦੇ ਵੱਲੋਂ ਵੀ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਫਰਹਾਨ ਅਖਤਰ ਕਹਿੰਦੇ ਨੇ, ਮੈਨੂੰ ਯਕੀਨ ਨਹੀਂ ਹੋ ਰਿਹਾ, ਇਸ ਖਬਰ ਤੇ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਨਹੀਂ ਰਹੇ, ਪਰ ਤੁਸੀਂ ਹਮੇਸ਼ਾ ਰਹੋਗੇ, ਸਾਡੇ ਆਸ-ਪਾਸ ਰਹੋਗੇ, ਕਿਉਂਕਿ ਤੁਸੀਂ ਇਮਾਨਦਾਰੀ, ਦ੍ਰਿੜ ਨਿਸ਼ਚੇ, ਪੱਕੇ ਇਰਾਦੇ ਦਾ ਨਾਮ ਹੋ ਤੇ ਤੁਹਾਡੇ ਵਰਗੇ ਇਨਸਾਨ ਕਦੇ ਨਹੀਂ ਮਰਦੇ। ਸੱਚਮੁੱਚ ਹੀ ਮਿਲਖਾ ਸਿੰਘ ਵਰਗੇ ਇਨਸਾਨ ਕਦੇ ਨਹੀਂ ਮਰਦੇ। ਮਿਲਖਾ ਸਿੰਘ ਹਮੇਸ਼ਾ ਜਿੰਦਾ ਰਹਿੰਦੇ ਨੇ। ਇਨੀ ਦਿਨੀ ਉਹ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ। ਕਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਪਤਨੀ ਨਿਰਮਲਾ ਕੌਰ ਜੀ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਤੇ ਉਹਨਾਂ ਦੀ ਮੌਤ ਤੋਂ ਥੋੜੇ ਦਿਨ ਬਾਅਦ ਹੀ ਮਿਲਖਾ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਏ। ਰਾਤ 11:30 ਵਜੇ ਉਹਨਾਂ ਨੇ ਆਖਰੀ ਸਾਹ ਲਿਆ। ਜਿਵੇਂ ਹੀ ਉਹਨਾਂ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਤੇ ਫੈਲੀ ਤਾਂ ਹਰ ਇੱਕ ਅੱਖ ਨਮ ਸੀ। ਖੇਡ ਗਰਾਊਂਡ ਦੇ ਇਸ ਦੌੜਾਕ ਮਿਲਖਾ ਸਿੰਘ ਦਾ ਪੂਰਾ ਜੀਵਨ ਸਾਨੂੰ ਜ਼ਿੰਦਗੀ ਦੀ ਦੌੜ ਦੇ ਵਿੱਚ ਭੱਜਣ ਵਾਲਿਆਂ ਨੂੰ ਵੱਡੀ ਪ੍ਰੇਰਨਾ ਦਿੰਦਾ ਹੈ, ਵੱਡਾ ਉਤਸ਼ਾਹ ਦਿੰਦਾ ਹੈ। ਮਿਲਖਾ ਸਿੰਘ ਭਾਰਤੀ ਇਤਿਹਾਸ ਦਾ ਉਹ ਸਫ਼ਾ ਹੈ ਜਿਸ ਤੇ ਪੀੜ੍ਹੀਆਂ ਮਾਣ ਕਰਨਗੀਆਂ, ਜਿਸ ਤੋਂ ਪੀੜ੍ਹੀਆਂ ਸਬਕ ਸਿੱਖਣਗੀਆਂ ਕਿ ਕਿਵੇਂ ਜਿੱਤ ਦੇ ਵੱਲ ਵਧਿਆ ਜਾਵੇ, ਕਿਵੇਂ ਜਿੱਤ ਦੇ ਵੱਲ ਕਦਮ ਵਧਾਏ ਜਾਣ। ਉਹਨਾਂ ਦੇ ਖੇਡ ਦੇ ਮੈਦਾਨ ਵਿੱਚ ਜਿੱਤ ਦੇ ਵੱਲ ਵਧਦੇ ਹੋਏ ਕਦਮ ਸਾਨੂੰ ਹੱਲਾਸ਼ੇਰੀ ਦਿੰਦੇ ਰਹਿਣਗੇ ਕਿ ਕਿਵੇਂ ਜ਼ਿੰਦਗੀ ਦੇ ਸੰਘਰਸ਼ ਨੂੰ ਜਿੱਤ ਵੱਲ ਲੈ ਕੇ ਜਾਣਾ, ਕਿਵੇਂ ਆਪਣੀ ਸੇਧ ਆ ਜਿਹੜੀ, ਕਿਵੇਂ ਆਪਣਾ ਨਿਸ਼ਾਨਾ ਹੈ ਜਿਹੜਾ ਉਹ ਆਪਣੀ ਮੰਜ਼ਿਲ ਤੇ ਰੱਖਣਾ ਹੈ।
ਪਿੱਛੇ ਮੁੜ ਕੇ ਨਹੀਂ ਦੇਖਣਾ, ਇਹ ਨਹੀਂ ਦੇਖਣਾ ਕਿ ਤੁਹਾਡੇ ਮਗਰ ਕੌਣ ਹੈ, ਬਲਕਿ ਆਪਣਾ ਫੋਕਸ ਹੈ ਜਿਹੜਾ ਉਹ ਆਪਣੀ ਮੰਜ਼ਿਲ ਤੇ ਰੱਖਣਾ ਹੈ। ਤੇ ਜਦੋਂ ਤੁਸੀਂ ਜਿੱਤ ਜਾਓਗੇ, ਨਿਸ਼ਚੈ ਹੀ ਜਿਹੜੀ ਭੀੜ ਤੁਹਾਨੂੰ ਨਕਾਰ ਰਹੀ ਹੈ, ਜਿਹੜੀ ਭੀੜ ਤੁਹਾਡਾ ਵਿਰੋਧ ਕਰ ਰਹੀ ਹੈ, ਉਹ ਤੁਹਾਡੇ ਪਿੱਛੇ ਹੋਏਗੀ। ਇਹ ਪੂਰਾ ਜੀਵਨ ਸੰਘਰਸ਼ ਆ ਜਿਹੜਾ ਮਿਲਖਾ ਸਿੰਘ ਦਾ ਸਾਨੂੰ ਇਹੀ ਦੱਸਦਾ ਹੈ ਕਿ ਜੋ ਅੱਜ ਤੁਹਾਡਾ ਵਿਰੋਧ ਕਰਦੇ ਨੇ, ਕੱਲ ਉਹ ਵੀ ਤੁਹਾਡੇ ਨਾਲ ਖੜੇ ਹੋਣਗੇ, ਤੁਹਾਡੇ ਪਿੱਛੇ ਖੜੇ ਹੋਣਗੇ, ਤੁਹਾਡੇ ਤੇ ਮਾਣ ਮਹਿਸੂਸ ਕਰਨਗੇ। ਮਿਲਖਾ ਸਿੰਘ ਅਜਿਹਾ ਸ਼ਖਸ ਜੋ ਵੰਡ ਦੇ ਦੰਗਿਆਂ ਦੇ ਵਿੱਚ ਵਾਲ-ਵਾਲ ਬਚਿਆ, ਜਿਸ ਦੀ ਅੱਖਾਂ ਦੇ ਸਾਹਮਣੇ ਪਰਿਵਾਰ ਮਾਰਿਆ ਗਿਆ, ਅਜਿਹਾ ਸ਼ਖਸ ਜੋ ਕਿਸੇ ਸਮੇਂ ਰੇਲ ਗੱਡੀ ਦੇ ਵਿੱਚ ਬਿਨਾਂ ਟਿਕਟ ਤੋਂ ਸਫ਼ਰ ਕਰਦਾ ਫੜਿਆ ਜਾਂਦਾ ਤੇ ਸਜ਼ਾ ਵੀ ਹੁੰਦੀ ਆ, ਅਜਿਹਾ ਸ਼ਖਸ ਜੋ ਚੰਗੀ ਡਾਈਟ ਦੇ ਲਈ ਫੌਜ ਦੀ ਦੌੜ ਦੇ ਵਿੱਚ ਗਿਆ ਤੇ ਫਿਰ ਭਾਰਤ ਦਾ ਐਥਲੀਟ ਬਣ ਗਿਆ, ਜੋ ਗੋਲੀ ਵਾਂਗ ਦੌੜਦਾ ਸੀ। ਜਦੋਂ ਦੌੜਦਾ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਹਵਾਵਾਂ ਦੇ ਨਾਲ ਗੱਲਾਂ ਕਰਦਾ ਹੋਵੇ। ਮਿਲਖਾ ਸਿੰਘ ਜ਼ਿੰਦਾ ਦਿਲੀ ਤੇ ਪੱਕੇ ਇਰਾਦੇ ਦੀ ਕਹਾਣੀ ਹੈ। ਉਹ ਭਾਰਤ ਦਾ ਮਾਣ ਹੈ। ਉਸ ਵਰਗੇ ਹੀਰੇ ਵਾਰ-ਵਾਰ ਪੈਦਾ ਨਹੀਂ ਹੁੰਦੇ। ਅੱਜ ਪ੍ਰੋ ਪੰਜਾਬ ਟੀਵੀ ਉਹਨਾਂ ਦੇ ਵਿਛੋੜੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ। ਤੁਰਦੇ ਨੇ ਜੋ ਕੰਡਿਆਂ ਤੇ ਫੁੱਲਾਂ ਦੇ ਖਾਬ ਲੈ ਕੇ, ਮੁੜਦੇ ਨੇ ਉਹ ਦੋਸਤੋ ਸੂਹੇ ਗੁਲਾਬ ਲੈ ਕੇ। ਤੇ ਮਿਲਖਾ ਸਿੰਘ ਇਸ ਭਾਰਤ ਦੇ ਇਤਿਹਾਸ ਦਾ, ਭਾਰਤ ਦੀ ਬਗੀਚੀ ਦਾ ਉਹ ਸੂਹਾ ਗੁਲਾਬ ਹੈ ਜਿਸ ਦੀ ਮਹਿਕ ਪੀੜ੍ਹੀਆਂ ਨੂੰ ਰੁਸ਼ਨਾਉਂਦੀ ਰਹੇਗੀ। ਮਿਲਖਾ ਸਿੰਘ ਨੂੰ ਸਲਾਮ ਹੈ।